ਹੈਲੋ ਡੀਅਰ ਸਟੂਡੈਂਟਸ, ਵੈਲਕਮ ਵਨਸ ਅਗੇਨ ਟੂ ਆਵਰ ਚੈਨਲ। ਬੇਟਾ ਤੁਹਾਡੇ ਵੀਕਲੀ ਟੈਸਟ ਚੱਲ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਕਿ ਵੀਕਲੀ ਟੈਸਟ ਦਾ ਸਿਲੇਬਸ ਹੈ ਤੇ ਇਹਦਾ ਸ਼ੈਡਿਊਲ ਪਾ ਰੱਖਿਆ ਹੈ ਇੰਗਲਿਸ਼ ਦਾ ਕਲਾਸ 8 ਦਾ। ਦੇਖੋ ਨਾ, ਤੇ ਇੱਕ ਤਾਂ ਆਪਣਾ 7 ਮਾਰਚ ਨੂੰ ਹੋ ਗਿਆ ਸੀਗਾ ਟੈਸਟ, ਵੀਕਲੀ ਟੈਸਟ ਹੋ ਗਿਆ, ਤੇ ਨੈਕਸਟ ਆਪਣਾ ਹੋਣਾ ਹੈ 14 ਮਾਰਚ ਨੂੰ, ਯਾਨੀ ਕਿ ਮੰਡੇ ਨੂੰ। ਤਾਂ ਇਹਦੇ ਵਿੱਚ ਜੋ ਸਿਲੇਬਸ ਹੈ ਉਹ ਦੇਖੋ ਤੁਸੀਂ ਕੀ ਹੈ। ਸਿਲੇਬਸ ਲੈਸਨ ਹੈ ਇੱਕ ਚਾਰਜ ਫॉर ਲਵ, ਦੈਨ ਟ੍ਰਾਂਸਲੇਸ਼ਨ ਹੈ 51 to 60 ਸੈਂਟੈਂਸਿਸ ਤੱਕ। 3 ਪੈਰਾਗ੍ਰਾਫਸ ਨੇ, ਐਨ ਇੰਡੀਅਨ ਫਾਰਮਰ ਐਂਡ ਦ ਲਿਟਲ ਬॉय ऑफ स्टोरी ਚਾਰਜ ਫॉर ਲਵ। ਅਤੇ ਇਹਦੇ ਨਾਲ ਹੈ ਲੈਟਰ, ਰਾਈਟ ਅ ਲੈਟਰ ਟੂ ਯੂਅਰ ਫਰੈਂਡ ਟੈਲਿੰਗ ਹਿਮ ਜਾਂ ਹਰ ਆਲ ਅਬਾਊਟ ਐਨ ਐਨੀਮਲ ਔਰ ਬਰਡ। You must also write why human beings should try to protect birds and animals from getting hunted by the poachers। ठीक है बेटा, ਤੁਹਾਡੇ ਕੋਲ 2 ਪੈਰਾਗ੍ਰਾਫ ਨੇ, ਇੱਕ ਲੈਟਰ ਹੈ ਅਤੇ ਇੱਕ ਲੈਸਨ ਹੈ, ਅਤੇ ਕੁਛ ਕੁ ਸੈਂਟੈਂਸਿਸ ਨੇ ਜੋ ਤੁਹਾਡੇ 14 ਮਾਰਚ ਵਾਲੇ ਯਾਨੀ ਕਿ ਮੰਡੇ ਦੇ ਟੈਸਟ ਵਿੱਚ ਆਉਣਗੇ। ਤਾਂ ਇਹ ਸੀ ਆਪਣਾ ਸਿਲੇਬਸ। ਤਾਂ ਹੁਣ ਆਪਾਂ ਇਸ ਦੀ ਇੱਕ ਰਿਵੀਜ਼ਨ ਕਰਦੇ ਹਾਂ। ਇਹ ਸਾਰਾ ਆਪਾਂ ਸੋਲਵ ਕੀਤਾ ਹੈ ਅਤੇ ਆਓ ਇਸ ਦੀ ਆਪਾਂ ਰਿਵੀਜ਼ਨ ਸ਼ੁਰੂ ਕਰੀਏ। ਇੱਥੇ ਦੇਖੋ ਲੈਸਨ ਹੈ ਆਪਣਾ ਚਾਰਜ ਫॉर ਲਵ। ਤਾਂ ਫਸਟ ਕੁਐਸਚਨ ਹੈ, ਹੂ ਅਪਰੋਚਡ ਦ ਓਨਰ ਆਫ ਦ ਸ਼ੋਪ, ਯਾਨੀ ਕਿ ਸ਼ੋਪ ਦੇ ਓਨਰ ਕੋਲ ਕੌਣ ਗਿਆ। ਅ ਬॉय ਅਪਰੋਚਡ ਦ ਸ਼ੋਪ ਓਨਰ, ਇੱਕ ਲੜਕਾ ਸ਼ੋਪ ਓਨਰ ਕੋਲ ਗਿਆ। ਵਾਟ ਵਾਜ਼ ਦ ਓਨਰ ਚਾਰਜਿੰਗ ਫॉर ਹੈਲਦੀ ਪਪੀਜ਼, ਹੈਲਦੀ ਪਪੀਜ਼ ਵਾਸਤੇ ਉਹ ਓਨਰ ਕਿੰਨੇ ਪੈਸੇ ਲੈ ਰਿਹਾ ਸੀ। ਹੀ ਵਾਜ਼ ਚਾਰਜਿੰਗ $32 $50 ਫॉर ਈਚ ਪੱਪੀ, ਉਹ ਇੱਕ ਹਰੇਕ ਪੱਪੀ ਦਾ $30 ਤੋਂ ਲੈ ਕੇ $50 ਤੱਕ ਕੀਮਤ ਲੈ ਰਿਹਾ ਸੀ। ਹਾਊ ਮਚ ਮਨੀ ਡਿਡ ਦ ਬॉय ਹੈਵ, ਲੜਕੇ ਕੋਲ ਕਿੰਨੇ ਪੈਸੇ ਸੀ। ਆਂਸਰ ਹੈ ਦ ਬॉय ਹੈਡ $2.37, ਯਾਨੀ ਕਿ $2 ਅਤੇ 37 ਸੈਂਟਸ ਉਸ ਕੋਲ ਸੀ। ਵਾਟ ਪ੍ਰੋਬਲਮ ਡਿਡ ਦ ਲੇਮ ਪੱਪੀ ਹੈਵ, ਉਹ ਜਿਹੜਾ ਲੇਮ ਪੱਪੀ ਸੀ, ਲੰਗੜਾ ਪੱਪੀ ਸੀਗਾ, ਉਹਨੂੰ ਪ੍ਰੋਬਲਮ ਕੀ ਸੀ। ਦ ਲੇਮ ਪੱਪੀ ਡਿਡ ਨੋਟ ਹੈਵ ਏ ਹਿਪ ਸੋਕਟ, ਇਟ ਵੁੱਡ ਆਲਵੇਜ਼ ਲਿੰਪ, ਉਹਦੇ ਪਰ ਹਿਪ ਸੋਕਟ ਨਹੀਂ ਸੀ, ਯਾਨੀ ਕਿ ਉਹਦੀ ਕਮਰ ਦੇ ਵਿੱਚ ਪ੍ਰੋਬਲਮ ਸੀ, ਤਾਂ ਉਹ ਹਮੇਸ਼ਾ ਐਵੇਂ ਲੰਗੜਾ ਕੇ ਹੀ ਚੱਲੇਗਾ। ਵਾਈ ਪੱਪੀ ਵਾਜ਼ ਚੂਜ਼ਨ ਬਾਏ ਦ ਲਿਟਲ ਬॉय ਐਂਡ ਵਾਈ, ਉਹ ਪੱਪੀ ਉਸ ਛੋਟੇ ਲੜਕੇ ਨੇ ਕਿਉਂ ਚੁਣਿਆ, ਉਹਦੇ ਵਿੱਚ ਕੀ ਕਾਰਨ ਸੀਗਾ। ਵਿੱਚ ਪੱਪੀ, ਕਿਹੜਾ ਪੱਪੀ ਚੁਣਿਆ ਅਤੇ ਉਹਦੇ ਪਿੱਛੇ ਕੀ ਕਾਰਨ ਸੀ। ਦ ਬॉय ਚੂਜ਼ ਦ ਲੇਮ ਪੱਪੀ, ਉਸਨੇ ਉਹ ਲੇਮ ਪੱਪੀ, ਲੰਗੜਾ ਪੱਪੀ ਚੁਣਿਆ। ਐਜ਼ ਹੀ ਹਿਮਸੈਲਫ ਵਾਜ਼ ਲੇਮ, ਕਿਉਂਕਿ ਉਹ ਖੁਦ ਆਪ ਵੀ ਲੇਮ ਸੀ, ਲੰਗੜਾ ਸੀ। ਹੀ ਕੁਡ ਐਂਪੈਥਾਈਜ਼ ਵਿਦ ਇਟਸ ਕੰਡੀਸ਼ਨ, ਉਹ ਉਸ ਦੀ ਕੰਡੀਸ਼ਨ ਨਾਲ ਐਂਪੈਥਾਈਜ਼ ਕਰ ਸਕਦਾ ਸੀ, ਉਹਨੂੰ ਫੀਲ ਕਰ ਸਕਦਾ ਸੀ ਕਿ ਉਸ ਨੂੰ ਕਿਸ ਤਰ੍ਹਾਂ ਫੀਲ ਹੁੰਦਾ ਹੈ ਪੱਪੀ ਨੂੰ, ਤਾਂ ਹੀ ਉਸਨੇ ਉਸ ਪੱਪੀ ਨੂੰ ਚੁਣਿਆ, ਜਿਹੜਾ ਕਿ ਉਹਨੂੰ ਲੱਗਦਾ ਸੀ ਕਿ ਉਹ ਉਹਦੇ ਵਰਗਾ ਹੀ ਹੈ। ਵਾਈ ਡਿਡ ਦ ਸ਼ੋਪ ਓਨਰ ਐਗਰੀ ਟੂ ਗਿਵ ਦ ਪੱਪੀ ਫॉर ਫਰੀ, ਸ਼ੋਪ ਓਨਰ ਉਸਨੂੰ ਉਹ ਪੱਪੀ ਫਰੀ ਵਿੱਚ ਦੇਣ ਲਈ ਕਿਉਂ ਤਿਆਰ ਹੋ ਗਿਆ। ਦ ਸ਼ੋਪ ਓਨਰ ਫੈਲਟ ਡੈਟ ਹੀ ਸ਼ੁੱਡ ਨੋਟ ਪੁੱਟ ਏ ਪ੍ਰਾਈਸ ਔਨ ਲਵ, ਸ਼ੋਪ ਓਨਰ ਨੂੰ ਲੱਗਿਆ ਕਿ ਉਸਨੂੰ ਪਿਆਰ ਦੀ ਕੀਮਤ ਉੱਤੇ, ਕਿ ਉਸਨੂੰ ਪਿਆਰ, ਉਹ ਜਿਹੜਾ ਪਿਆਰ ਦਿਖਾਇਆ ਸੀ ਉਸਨੇ ਬॉय ਨੇ, ਉਸ ਉੱਪਰ ਉਸਨੂੰ ਕੀਮਤ ਨਹੀਂ ਲੈਣੀ ਚਾਹੀਦੀ। ਸੋ ਹੀ ਐਗਰੀਡ ਟੂ ਗਿਵ ਦ ਪੱਪੀ ਫॉर ਫਰੀ, ਇਸ ਲਈ ਉਹ ਪੱਪੀ ਨੂੰ ਫਰੀ ਵਿੱਚ ਹੀ ਉਸਨੇ ਦੇ ਦਿੱਤਾ, ਕਿਉਂਕਿ ਉਸ ਨੂੰ ਪਿਆਰ ਕਰਦਾ ਸੀਗਾ ਬॉय, ਤਾਂ ਹੀ ਉਹ ਕਹਿੰਦਾ ਸੀ ਇਹ ਵੀ ਲੰਗੜਾ ਕੇ ਤੁਰਦਾ, ਮੈਂ ਵੀ ਲੰਗੜਾ ਕੇ ਤੁਰਦਾ, ਤਾਂ ਉਹ ਕਹਿੰਦਾ ਮੈਨੂੰ ਤੂੰ ਇਹ ਦੇ ਦੇ ਜਿੰਨੇ ਮਰਜ਼ੀ ਪੈਸੇ ਲੈ ਲੈ, ਪਰ ਸ਼ੋਪ ਓਨਰ ਨੇ ਉਸਨੂੰ ਫਰੀ ਵਿੱਚ ਦੇ ਦਿੱਤਾ। ਤਾਂ ਬੇਟਾ ਹੁਣ ਜਿਹੜੀ ਆਪਣੀਆਂ ਅਗਲਾ ਸਿਲੇਬਸ ਹੈ ਉਹ ਹੈ ਸੈਂਟੈਂਸਿਸ 51 to 60। ਦੇਖੋ ਪਹਿਲਾ ਹੈ, ਤੁਸੀਂ ਕਿੱਥੇ ਰਹਿੰਦੇ ਹੋ, ਵੇਅਰ ਡੂ ਯੂ ਲਿਵ, ਇਹਦੇ ਵਿੱਚ ਕੁਐਸਚਨ ਮਾਰਕ ਆਏਗਾ। ਤੁਸੀਂ ਝੂਠ ਕਿਉਂ ਬੋਲਿਆ, ਵਾਈ ਡਿਡ ਯੂ ਟੈਲ ਅ ਲਾਈ, ਤੁਸੀਂ ਆਪਣੀ ਛੁੱਟੀ ਕਿੱਥੇ ਬਿਤਾਈ, ਵੇਅਰ ਡਿਡ ਯੂ ਸਪੈਂਡ ਯੂਅਰ ਹੋਲੀਡੇ, ਜਮਾਤ ਵਿੱਚ ਕੌਣ ਸੀ, ਹੂ ਵਾਜ਼ ਦੇਅਰ ਇਨ ਦ ਕਲਾਸ, ਤੁਹਾਡਾ ਪੱਕਾ ਮਿੱਤਰ ਕੌਣ ਹੈ, ਹੂ ਇਜ਼ ਯੂਅਰ ਬੈਸਟ ਫਰੈਂਡ, ਅਧਿਆਪਕ ਨੇ ਕੀ ਪੜ੍ਹਾਇਆ, ਵਾਟ ਡਿਡ ਦ ਟੀਚਰ ਟੀਚ, ਉਸਨੇ ਜਵਾਬ ਕਿਉਂ ਨਹੀਂ ਦਿੱਤਾ, ਵਾਈ ਡਿਡ ਹੀ ਨੋਟ ਗਿਵ ਦ ਆਂਸਰ, ਤੁਸੀਂ ਕਿੱਥੇ ਜਾ ਰਹੇ ਹੋ, ਵੇਅਰ ਆਰ ਯੂ ਗੋਇੰਗ, ਤੁਸੀਂ ਰੌਲਾ ਕਿਉਂ ਪਾ ਰਹੇ ਹੋ, ਵਾਈ ਆਰ ਯੂ ਮੇਕਿੰਗ ਅ ਨੋਇਸ, ਐਂਡ ਲਾਸਟ ਇਜ਼ ਤੁਸੀਂ ਕਦੋਂ ਆ ਰਹੇ ਹੋ, ਵੈਨ ਆਰ ਯੂ ਕਮਿੰਗ। ਬੇਟਾ ਇਹ ਹੋ ਗਏ ਆਪਣੇ ਸੈਂਟੈਂਸਿਸ ਦੇ ਰਿਵੀਜ਼ਨ। ਤਾਂ ਉਸ ਤੋਂ ਬਾਅਦ ਹੈ ਤੁਹਾਡਾ ਇੱਕ ਪੈਰਾਗ੍ਰਾਫ ਹੈ ਐਨ ਇੰਡੀਅਨ ਫਾਰਮਰ। ਠੀਕ ਹੈ, ਤੁਹਾਨੂੰ ਕਲੂਜ਼ ਦਿੱਤੇ ਹੋਣਗੇ, ਹਿੰਟ ਦਿੱਤੇ ਹੋਣਗੇ, ਤਾਂ ਆਪਾਂ ਇਸ ਨੂੰ ਨੀਚੋਂ ਪੈਰਾਗ੍ਰਾਫ ਰੀਡ ਕਰਦੇ ਹਾਂ। ਇੰਡੀਆ ਇਜ਼ ਅ ਲੈਂਡ ਆਫ ਵਿਲੇਜਿਸ, ਇੰਡੀਆ
ਪਿੰਡਾਂ ਦਾ ਇੱਕ ਪਿੰਡਾਂ ਦੀ ਲੈਂਡ ਹੈ, ਇੱਕ ਪਿੰਡਾਂ ਦੀ ਧਰਤੀ ਹੈ। ਐਗਰੀਕਲਚਰ ਇਜ਼ ਦਾ ਮੇਜਰ ਪ੍ਰੋਫੈਸ਼ਨ ਆਫ ਪੀਪਲ ਲਿਵਿੰਗ ਇਨ ਪੰਜਾਬ। ਪੰਜਾਬ ਵਿੱਚ ਰਹਿੰਦੇ ਲੋਕਾਂ ਦਾ ਜਿਹੜਾ ਮੇਨ ਕਿੱਤਾ ਹੈ ਉਹ ਐਗਰੀਕਲਚਰ ਹੈ। ਇਟ ਇਜ਼ ਦਾ ਲਾਈਫ ਲਾਈਨ ਆਫ ਇੰਡੀਅਨ ਇਕੋਨਮੀ। ਇਹ ਇੰਡੀਅਨ ਇਕੋਨਮੀ ਦੀ ਲਾਈਫ ਲਾਈਨ ਹੈ। ਐਗਰੀਕਲਚਰ ਕੀਪਸ ਦਾ ਇੰਡੀਅਨ ਇਕੋਨਮੀ ਪ੍ਰੋਸਪਰਿੰਗ। ਐਗਰੀਕਲਚਰ ਜਿਹੜੀ ਹੈ ਉਹ ਇੰਡੀਅਨ ਇਕੋਨਮੀ ਨੂੰ ਪ੍ਰੋਸਪਰ ਰੱਖਦੀ ਹੈ, ਖੁਸ਼ਹਾਲ ਰੱਖਦੀ ਹੈ, ਉਹਦੇ ਨਾਲ ਚੱਲਦੀ ਹੈ। ਉਹ ਕਿਹਦੇ ਨਾਲ? ਐਗਰੀਕਲਚਰ ਨਾਲ। ਇਟ ਪ੍ਰੋਵਾਈਡਸ ਫੂਡ ਟੂ ਆਲ ਦਾ ਸਿਟੀਜ਼ਨਸ। ਇਹ ਸਾਰੇ ਸਿਟੀਜ਼ਨ ਵਾਸਤੇ ਫੂਡ ਮੁਹੱਈਆ ਕਰਵਾਉਂਦੀ ਹੈ, ਭੋਜਨ ਦਿੰਦੀ ਹੈ ਉਸਨੂੰ। ਦਾ ਫਾਰਮਰ ਗਰੋਜ਼ ਫੂਡ ਗ੍ਰੇਨਸ। ਫਾਰਮਰ ਫੂਡ ਗ੍ਰੇਨਸ ਉਗਾਉਂਦਾ ਹੈ, ਵੈਜੀਟੇਬਲਸ ਉਗਾਉਂਦਾ ਅਤੇ ਫਰੂਟਸ ਵੀ ਪੈਦਾ ਕਰਦਾ ਹੈ। ਸਮ ਫਾਰਮਰਸ ਗਰੋ ਕੋਟਨ ਆਲਸੋ। ਕੁਝ ਫਾਰਮਰ ਕੋਟਨ ਵੀ, ਕਪਾਹ ਵੀ ਪੈਦਾ ਕਰਦੇ ਹਨ, ਉਗਾਉਂਦੇ ਹਨ। ਦਾ ਫਾਰਮਰ ਵਰਕਸ ਫਰੋਮ ਮੋਰਨਿੰਗ ਟੂ ਈਵਨਿੰਗ। ਕਿਸਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਹਨ। ਐਗਰੀਕਲਚਰ ਸੈਕਟਰ ਪ੍ਰੋਵਾਈਡਸ ਐਮਪਲੋਇਮੈਂਟ ਟੂ 40% ਇੰਡੀਅਨ ਫਾਰਮਰਸ। ਜਿਹੜਾ ਐਗਰੀਕਲਚਰ ਸੈਕਟਰ ਹੈ, ਖੇਤੀ ਵਾਲਾ ਜੋ ਸੈਕਟਰ ਹੈ, ਉਹ ਇੰਪਲੋਇਮੈਂਟ ਦਿੰਦਾ, ਰੁਜ਼ਗਾਰ ਦਿੰਦਾ ਹੈ 40% ਫਾਰਮਰਸ ਨੂੰ ਰੁਜ਼ਗਾਰ ਉਹ ਦਿੰਦਾ ਹੈ। ਫਾਰਮਿੰਗ ਟਾਸਕ ਰਿਕੁਆਇਰਸ ਅ ਲੋਟ ਆਫ ਲੇਬਰ। ਖੇਤੀ ਕਰਨਾ ਬਹੁਤ ਇੱਕ ਲੇਬਰ ਦਾ ਕੰਮ ਹੈ, ਇਸ ਵਾਸਤੇ ਬਹੁਤ ਲੇਬਰ ਚਾਹੀਦੀ ਹੈ। ਇਟ ਇਜ਼ ਅ ਡਿਫੀਕਲਟ ਟਾਸਕ ਵਿਚ ਰਿਕੁਆਇਰਸ ਡਿਸਿਪਲਿਨ ਐਂਡ ਪੇਸ਼ੈਂਸ। ਇਹ ਬਹੁਤ ਹੀ ਇੱਕ ਔਖਾ ਕੰਮ ਹੈ ਜਿਸ ਵਾਸਤੇ ਤੁਹਾਨੂੰ ਡਿਸਿਪਲਿਨ ਅਤੇ ਪੇਸ਼ੈਂਸ ਦੀ ਲੋੜ ਪੈਂਦੀ ਹੈ, ਅਨੁਸ਼ਾਸਨ ਅਤੇ ਸਹਿਨਸ਼ੀਲਤਾ ਦੀ ਲੋੜ ਪੈਂਦੀ ਹੈ। ਅਵਰ ਫਾਰਮਰਸ ਗਰੋ ਕ੍ਰੋਪਸ ਫॉर ਆਵਰ ਕੰਟਰੀ। ਸਾਡੇ ਕਿਸਾਨ ਦੇਸ਼ ਵਾਸਤੇ ਫਸਲ ਪੈਦਾ ਕਰਦੇ ਹਨ। ਕ੍ਰੋਪ ਇਜ਼ ਦੇਅਰ ਵੈਲਥ। ਫਸਲ ਹੀ ਉਹਨਾਂ ਦਾ ਧਨ ਹੈ। ਐਨ ਇੰਡੀਅਨ ਫਾਰਮਰ ਹੈਜ਼ ਐਨ ਇੰਪੋਰਟੈਂਟ ਪਲੇਸ ਇਨ ਸੁਸਾਇਟੀ। ਭਾਰਤੀ ਕਿਸਾਨ ਦੀ ਸਮਾਜ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਗ੍ਹਾ ਹੈ। ਐਗਰੀਕਲਚਰ ਇਜ਼ ਦਾ ਬੈਕਬੋਨ ਆਫ ਇੰਡੀਅਨ ਇਕੋਨਮੀ। ਐਗਰੀਕਲਚਰ ਇੰਡੀਅਨ ਇਕੋਨਮੀ ਦੀ ਬੈਕਬੋਨ ਹੈ, ਰੀੜ੍ਹ ਦੀ ਹੱਡੀ ਹੈ। ਐਂਡ ਇੰਡੀਅਨ ਫਾਰਮਰ ਇਜ਼ ਅ ਵੈਰੀ ਯੂਜ਼ਫੁਲ ਮੈਂਬਰ ਆਫ ਦਾ ਸੁਸਾਇਟੀ। ਅਤੇ ਭਾਰਤੀ ਕਿਸਾਨ ਸੁਸਾਇਟੀ ਦਾ, ਸਮਾਜ ਦਾ ਇੱਕ ਬਹੁਤ ਹੀ ਮਹੱਤਵਪੂਰਨ ਮੈਂਬਰ ਹੈ। ਬੇਟਾ ਇਹ ਹੋ ਗਿਆ, ਇਹਦੀ ਆਪਾਂ ਸਮਝਿਆ ਇਸ ਨੂੰ, ਐਨ ਇੰਡੀਅਨ ਫਾਰਮਰ ਬਾਰੇ ਪੈਰਾਗ੍ਰਾਫ। ਤਾਂ ਨੈਕਸਟ ਪੈਰਾਗ੍ਰਾਫ ਹੈ ਦਾ ਲਿਟਲ ਬॉय ਆਫ ਦਾ ਸਟੋਰੀ ਚਾਰਜ ਫॉर ਲਵ। ਠੀਕ ਹੈ ਜੀ। ਹੁਣ ਦੇਖੋ, ਅ ਸ਼ੋਪ ਓਨਰ ਹੈਡ ਸਮ ਪਪੀਜ਼ ਫॉर ਸੇਲ। ਇੱਕ ਦੁਕਾਨਦਾਰ ਕੋਲ ਕੁਛ ਕੁ ਪਪੀਜ਼ ਸੀ। ਪਪੀਜ਼ ਮਤਲਬ ਛੋਟੇ ਕਤੂਰੇ ਨੂੰ ਕਹਿ ਦਿੰਦੇ ਅਸੀਂ। ਦੁਕਾਨਦਾਰ ਕੋਲ ਸੇਲ ਕਰਨ ਵਾਸਤੇ ਕੁਛ ਕੁ ਉਸਨੇ ਰੱਖੇ ਹੋਏ ਸੀ ਕਤੂਰੇ। ਲਿਟਲ ਬॉय ਅਪਰੋਚਡ ਹਿਮ ਫॉर ਪਰਚੇਸ। ਇੱਕ ਛੋਟਾ ਲੜਕਾ ਉਸ ਕੋਲ ਇੱਕ ਪੱਪੀ ਲੈਣ ਗਿਆ, ਖਰੀਦਣ ਗਿਆ। ਦਾ ਲਿਟਲ ਬॉय ਇਜ਼ ਅ ਕਾਈਂਡ ਹਾਰਟਡ ਚਾਈਲਡ। ਉਹ ਛੋਟਾ ਬੱਚਾ ਇੱਕ ਬਹੁਤ ਹੀ ਦਿਆਲੂ ਬੱਚਾ ਹੈ। ਹੀ ਹੈਜ਼ ਸਿੰਪੈਥੈਟਿਕ ਨੇਚਰ। ਉਸਦੀ ਨੇਚਰ ਸਿੰਪੈਥੈਟਿਕ ਹੈ, ਉਹ ਹਰੇਕ ਨਾਲ ਸਹਾਨੁਭੂਤੀ ਰੱਖਦਾ ਹੈ। ਹੀ ਇਜ਼ ਕੌਨਫੀਡੈਂਟ, ਅਫੈਕਸ਼ਨੇਟ ਐਂਡ ਲਵਸ ਐਨੀਮਲਸ। ਉਹ ਕੌਨਫੀਡੈਂਟ ਹੈ ਪੂਰਾ, ਅਫੈਕਸ਼ਨੇਟ ਹੈ, ਪਿਆਰ ਕਰਦਾ ਸਾਰਿਆਂ ਨੂੰ, ਅਤੇ ਜਾਨਵਰਾਂ ਵਾਸਤੇ ਉਸਦੇ ਮਨ 'ਚ ਪਿਆਰ ਹੈ। ਹੀ ਹਿਮਸੈਲਫ ਇਜ਼ ਕ੍ਰਿਪਲਡ। ਉਹ ਖੁਦ ਆਪ ਵੀ ਅਪਾਹਜ ਹੈ। ਸੋ ਹੀ ਇਜ਼ ਵੈਰੀ ਸਿੰਪੈਥੈਟਿਕ ਟੂਵਰਡਸ ਦਾ ਕ੍ਰਿਪਲਡ ਪਪੀ। ਇਸ ਲਈ ਉਹ ਅਪਾਹਜ ਪੱਪੀਜ਼ ਲਈ ਵੀ ਬਹੁਤ ਸਹਾਨੁਭੂਤੀ ਰੱਖਦਾ ਹੈ, ਕਿਉਂਕਿ ਖੁਦ ਆਪ ਵੀ ਉਹ ਅਪਾਹਜ ਹੈ। ਹੀ ਨੋਜ਼ ਡੈਟ ਦੇਅਰ ਆਰ ਨੋ ਚਾਰਜਿਸ ਫॉर ਲਵ। ਉਹ ਜਾਣਦਾ ਹੈ ਕਿ ਇੱਥੇ ਪਿਆਰ ਦੀ ਕੋਈ ਕੀਮਤ ਨਹੀਂ ਹੈ। ਦਾ ਸ਼ੋਪ ਓਨਰ ਆਫਰਡ ਪੱਪੀ ਫॉर ਫਰੀ। ਦੁਕਾਨਦਾਰ ਉਸਨੂੰ ਉਹ ਪੱਪੀ ਫਰੀ ਵਿੱਚ ਦੇ ਦਿੰਦਾ ਹੈ। ਸਟਿਲ ਹੀ ਪ੍ਰੋਮਿਸਿਸ ਟੂ ਪੇ ਦਾ ਫੁੱਲ ਪ੍ਰਾਈਸ ਆਫ ਦਾ ਲਿਟਲ ਡੋਗ। ਪਰ ਫਿਰ ਵੀ, ਹਾਲਾਂਕਿ ਦੁਕਾਨਦਾਰ ਉਸਨੂੰ ਫਰੀ 'ਚ ਦੇ ਦਿੰਦਾ ਹੈ, ਪਰ ਫਿਰ ਵੀ ਉਹ ਪ੍ਰੋਮਿਸ ਕਰਦਾ ਹੈ, ਛੋਟਾ ਬੱਚਾ, ਕਿ ਮੈਂ ਤੈਨੂੰ ਇਸ ਦੇ ਪੱਪੀ ਦੇ ਪੂਰੇ ਪੈਸੇ ਦੇ ਕੇ ਜਾਵਾਂਗਾ। ਹੀ ਇਜ਼ ਨੋਟ ਰੈਡੀ ਟੂ ਟੇਕ ਇਟ ਫਰੀ ਆਫ ਕੋਸਟ। ਉਹ ਇਸ ਨੂੰ ਫਰੀ ਵਿੱਚ ਲੈਣ ਨੂੰ ਤਿਆਰ ਨਹੀਂ ਹੈ। ਕੌਣ? ਉਹ ਛੋਟਾ ਬੱਚਾ, ਛੋਟਾ ਬॉय। ਬੇਟਾ ਇਹ ਹੋ ਗਿਆ ਆਪਣਾ ਦਾ ਲਿਟਲ ਬॉय ਆਫ ਦਾ ਸਟੋਰੀ ਚਾਰਜ ਫॉर ਲਵ ਦਾ ਅੰਡਰਸਟੈਂਡਿੰਗ। ਅਤੇ ਨਾਓ ਐਟ ਲਾਸਟ ਤੁਹਾਡੀ ਇੱਕ ਲੈਟਰ ਹੈ। ਰਾਈਟ ਅ ਲੈਟਰ ਟੂ ਯੂਰ ਫਰੈਂਡ ਟੈਲਿੰਗ ਹਿਮ ਔਰ ਹਰ ਆਲ ਅਬਾਊਟ ਦਾ ਐਨੂਅਲ ਵਰਡਸ ਯੂ ਰੋਟ ਅਬਾਊਟ। At the end, you must write to your friend about why human beings should try to protect birds and animals from getting hunted by the poachers. ਤੁਸੀਂ ਇੱਕ ਲੈਟਰ ਲਿਖਣਾ ਆਪਣੇ ਫਰੈਂਡ ਨੂੰ, ਉਹ ਦੱਸਣਾ ਕਿ ਦੱਸਣਾ ਕਿ ਐਨੀਮਲ ਜਾਂ ਬਰਡ ਬਾਰੇ ਦੱਸਣਾ ਜਿਹਦੇ ਬਾਰੇ ਤੁਸੀਂ ਲਿਖਿਆ। ਠੀਕ ਹੈ। ਅਤੇ ਬਾਅਦ 'ਚ ਇਹ ਵੀ ਦੱਸਣਾ ਐਂਡ 'ਤੇ ਆ ਕੇ ਕਿ ਐਨੀਮਲਸ ਜਿਹੜੇ ਆਪਾਂ ਹਿਊਮਨ ਬੀਇੰਗਸ ਹਾਂ, ਸਾਨੂੰ ਬਰਡਸ ਜਾਂ ਐਨੀਮਲ ਨੂੰ
ਸ਼ਿਕਾਰੀਆਂ ਦੁਆਰਾ ਜਿਹੜੇ ਮਾਰੇ ਜਾਂਦੇ ਨੇ ਉਸ ਨੂੰ ਕਿਉਂ ਬਚਾਉਣਾ ਚਾਹੀਦਾ ਹੈ। ਠੀਕ ਹੈ, ਟਰਾਈ ਟੂ ਪ੍ਰੋਟੈਕਟ ਮਤਲਬ ਸਾਨੂੰ ਉਹਨਾਂ ਨੂੰ ਕਿਉਂ ਬਚਾਉਣਾ ਚਾਹੀਦਾ ਹੈ। ਜਿਹੜੇ ਸ਼ਿਕਾਰ ਕਰਦੇ ਨੇ, ਪੋਚਰਸ ਹੁੰਦਾ ਸ਼ਿਕਾਰੀ, ਅਸੀਂ ਉਹਨਾਂ ਨੂੰ ਕਿਉਂ ਬਚਾਈਏ, ਇਹ ਤੁਸੀਂ ਆਪਣੇ ਫਰੈਂਡ ਨੂੰ ਦੱਸਣਾ ਹੈ ਬਾਅਦ ਵਿੱਚ। ਪਹਿਲਾਂ ਦੱਸਣਾ ਤੁਸੀਂ ਬਰਡਸ ਬਾਰੇ ਜਿਹੜਾ ਤੁਸੀਂ ਲਿਖਦੇ ਹੋ, ਠੀਕ ਹੈ, ਐਨੀਮਲ ਬਰਡਸ ਬਾਰੇ ਜੋ ਤੁਸੀਂ ਜਾਣਦੇ ਹੋ। ਦੇਖੋ ਤੁਸੀਂ ਉੱਪਰ ਆਪਣਾ ਐਡਰੈਸ ਲਿਖ ਲਿਆ ਬੇਟਾ, ਕੋਈ ਵੀ ਐਡਰੈਸ ਤੁਸੀਂ ਲਿਖ ਸਕਦੇ ਹੋ। ਤਾਂ ਡੇਟ ਉਹੀ ਪਾਉਣੀ ਹੈ ਜਿਸ ਦਿਨ ਤੁਹਾਡਾ ਪੇਪਰ ਹੋਵੇ। ਜਿਵੇਂ ਹੁਣ ਟੈਸਟ ਤੁਹਾਡਾ 14 ਮਾਰਚ ਹੈ, ਤੁਸੀਂ ਲਿਖੋਗੇ ਇੱਥੇ March 14, 2022। ਓਕੇ, ਤੁਹਾਡਾ ਫਰੈਂਡ ਦਾ ਨਾਮ ਲਿਖ ਲਓ। ਦੈਨ ਦੇਖੋ ਉਸ ਤੋਂ ਬਾਅਦ ਹੈ ਆਈ ਐਮ ਫਾਈਨ ਐਂਡ ਹੋਪ ਦਾ ਸੇਮ ਫॉर ਯੂ। ਮੈਂ ਬਹੁਤ ਵਧੀਆ ਹਾਂ ਇੱਥੇ ਅਤੇ ਉਮੀਦ ਕਰਦਾ ਤੁਸੀਂ ਵੀ ਠੀਕ ਹੋਵੋਗੇ। ਮਾਈ ਟੀਚਰ ਗੇਵ ਮੀ ਐਨ ਅਸਾਈਨਮੈਂਟ ਟੂ ਰਾਈਟ ਅਬਾਊਟ ਏ ਬਰਡ। ਮੇਰੇ ਟੀਚਰ ਨੇ ਮੈਨੂੰ ਇੱਕ ਕੰਮ ਦਿੱਤਾ ਹੈ ਘਰ ਵਾਸਤੇ ਕਿ ਮੈंने ਇੱਕ ਬਰਡ ਬਾਰੇ ਲਿਖਣਾ ਹੈ, ਪੰਛੀ ਬਾਰੇ ਲਿਖਣਾ ਹੈ। ਆਈ ਰੋਟ ਅਬਾਊਟ ਅ ਪੀਕੌਕ। ਮੈंने ਪੀਕੌਕ ਬਾਰੇ ਲਿਖਿਆ, ਮੋਰ ਬਾਰੇ ਲਿਖਿਆ। ਇਟਸ ਅ ਮੀਡੀਅਮ ਸਾਈਜ਼ਡ ਮੇਲ ਬਰਡ। ਇਹ ਇੱਕ ਮੀਡੀਅਮ ਸਾਈਜ਼ ਦਾ ਮੇਲ ਬਰਡ ਹੁੰਦਾ ਹੈ, ਮੇਲ ਪੰਛੀ ਹੈ, ਠੀਕ ਠੀਕ ਸਾਈਜ਼ ਦਾ। ਦਾ ਫੀਮੇਲ ਇਜ਼ ਕਾਲਡ ਆ ਪੀਹਨ। ਇਹਦੀ ਫੀਮੇਲ ਨੂੰ ਅਸੀਂ ਪੀਹਨ ਕਹਿੰਦੇ ਹਾਂ। ਦਾ ਪੀਕੌਕ ਜਿਹੜਾ ਮੋਰ ਹੈ ਹੈਜ਼ ਏ ਲੌਂਗ ਸ਼ਾਈਨੀ ਡਾਰਕ ਬਲੂ ਨੈਕ ਐਂਡ ਮਲਟੀ ਕਲਰਡ ਫੀਦਰਸ। ਜਿਹੜਾ ਮੋਰ ਹੈ ਉਸਦੇ ਸ਼ਾਈਨੀ ਮਤਲਬ ਸ਼ਾਈਨ ਕਰਦੇ ਨੇ, ਡਾਰਕ ਬਲੂ ਉਹਦੀ ਨੈਕ ਹੈ ਜਿਹੜੀ ਸ਼ਾਈਨ ਕਰਦੀ ਹੈ, ਅਤੇ ਮਲਟੀ ਕਲਰ ਉਹਦੇ ਖੰਭ ਹੁੰਦੇ ਨੇ। ਇਟ ਹੈਜ਼ ਅ ਕਰਾਊਨ ਔਨ ਇਟਸ ਹੈਡ। ਇਹਦੇ ਸਿਰ ਉੱਪਰ ਇੱਕ ਤਾਜ ਹੁੰਦਾ ਹੈ। ਇਟ ਈਟਸ ਪਲਾਂਟਸ, ਫਰੂਟਸ, ਸੀਡਸ, ਗ੍ਰੇਨਸ, ਇਨਸੈਕਟਸ, ਸਨੇਕਸ ਐਟਸੈਟਰਾ। ਇਹ ਕੀ ਖਾਂਦਾ ਹੈ? ਇਹ ਖਾਂਦਾ ਹੈ ਪਲਾਂਟਸ, ਫਰੂਟਸ, ਫਲ ਖਾਂਦਾ ਹੈ, ਬੀਜ ਖਾਂਦਾ ਹੈ, ਗ੍ਰੇਨਸ ਦਾਣੇ ਖਾਂਦਾ ਹੈ, ਇਨਸੈਕਟ ਛੋਟੇ ਛੋਟੇ ਕੀੜੇ ਖਾਂਦਾ ਹੈ, ਅਤੇ ਇਹ ਸੱਪ ਵੀ ਖਾਂਦਾ ਹੈ, ਅਤੇ ਹੋਰ ਇਹ ਜਿਹੇ ਐਟਸੈਟਰਾ ਮਤਲਬ ਹੋਰ ਵੀ ਇਹੋ ਜਿਹਾ ਕੁਛ ਖਾ ਜਾਂਦਾ ਹੈ। ਕੌਣ? ਪੀਕੌਕ। ਇਟ ਫਲਾਈਜ਼ ਬਟ ਨੋਟ ਵੈਰੀ ਫਾਰ। ਇਹ ਉੱਡਦਾ ਹੈ ਪਰ ਜ਼ਿਆਦਾ ਉੱਚੀ ਨਹੀਂ ਜਾਂਦਾ। ਇਟ ਲਿਵਸ ਇਨ ਫੋਰੈਸਟ ਐਂਡ ਡੈਂਸ ਫੋਲੀਏਜ ਏਰੀਆਜ਼। ਇਹ ਜੰਗਲਾਂ ਵਿੱਚ ਰਹਿੰਦਾ ਹੈ ਅਤੇ ਡੈਂਸ ਫੋਲੀਏਜ ਏਰੀਆ ਹੁੰਦਾ ਹੈ ਜਿੱਥੇ ਜ਼ਿਆਦਾ ਸੰਘਣੀ ਉੱਥੇ ਆਬਾਦੀ ਹੋਵੇ ਉੱਥੇ। ਦਾ ਪੀਕੌਕ ਇਜ਼ ਦਾ ਨੈਸ਼ਨਲ ਬਰਡ ਆਫ ਇੰਡੀਆ। ਪੀਕੌਕ ਮੋਰ ਸਾਡਾ ਰਾਸ਼ਟਰੀ ਪੰਛੀ ਹੈ, ਭਾਰਤ ਦਾ ਰਾਸ਼ਟਰੀ ਪੰਛੀ ਹੈ। ਵੀ ਸ਼ੁੱਡ ਪ੍ਰੋਟੈਕਟ ਇਟ। ਸਾਨੂੰ ਇਸ ਦੀ ਰੱਖਿਆ ਕਰਨੀ ਚਾਹੀਦੀ ਹੈ। ਦਾ ਬਰਡਸ ਐਂਡ ਐਨੀਮਲਸ ਮੇਨਟੇਨ ਬੈਲੈਂਸ ਇਨ ਦਾ ਇਕੋਸਿਸਟਮ। ਪੰਛੀ ਅਤੇ ਜਾਨਵਰ ਇਕੋਸਿਸਟਮ ਵਿੱਚ ਬੈਲੈਂਸ ਬਣਾ ਕੇ ਰੱਖਦੇ ਹਨ, ਸੰਤੁਲਨ ਬਣਾ ਕੇ ਰੱਖਦੇ ਹਨ ਇਕੋਸਿਸਟਮ ਵਿੱਚ। ਸੋ ਵੀ ਸ਼ੁੱਡ ਟਰਾਈ ਟੂ ਪ੍ਰੋਟੈਕਟ ਦੈਮ ਫਰੋਮ ਗੈਟਿੰਗ ਹੰਟਡ ਬਾਏ ਦਾ ਪੋਚਰਸ। ਇਸ ਕਰਕੇ ਸਾਨੂੰ ਉਹਨਾਂ ਨੂੰ ਸ਼ਿਕਾਰੀਆਂ ਤੋਂ ਬਚਾਉਣਾ ਚਾਹੀਦਾ ਹੈ। ਵਿਊਅਰਸ, ਇੱਥੇ ਤੁਹਾਡੇ ਆਪਦਾ ਖੁਦ ਦਾ ਨਾਮ ਆਏਗਾ ਬੇਟਾ। ਤਾਂ ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਣਾ। ਤਾਂ ਤੁਹਾਡਾ 14 ਮਾਰਚ ਨੂੰ ਮੰਡੇ ਨੂੰ ਇਹਦਾ ਟੈਸਟ ਹੈ, ਇਸ ਨੂੰ ਦੁਬਾਰਾ ਰਿਵਾਈਜ਼ ਕਰ ਲਓ ਅਤੇ ਆਈ ਹੋਪ ਯੂ ਵਿਲ ਗੈਟ ਵੈਰੀ ਗੁੱਡ ਮਾਰਕਸ ਐਂਡ ਰਾਈਟ ਇਨ ਕਮੈਂਟ ਬਾਕਸ ਆਲਸੋ ਆਫਟਰਵਰਡਸ and what marks you got. Then meet you next video. Till then, see you, take care, bye, miss you all.